वाहिगुरू जी का खालसा वाहिगुरू जी की फतेह। ਅੱਜ ਦੀ ਆਨਲਾਈਨ ਵਡਿਆਈ ਵਿਚਾਰ ਕਲਾਸ ਵਿੱਚ ਆਪ ਸਭ ਸੰਗਤ ਦਾ ਸਵਾਗਤ ਹੈ ਜੀ। ਸੋ ਅੱਜ ਦੀ ਅਸੀਂ ਕਲਾਸ ਦੀ ਆਰੰਭਤਾ ਜੋ ਕਿ ਗੁਰੂ ਮੰਤਰ ਦੇ ਨਾਲ ਅਸੀਂ ਆਰੰਭ ਕਰਦੇ ਹਾਂ ਜੀ। ਸੋ ਅੱਜ ਦੀ ਜਿਹੜੇ ਗੁਰੂ ਮੰਤਰ ਦੀ ਸੇਵਾ ਹੈ ਉਹ ਸਰਦਾਰ ਨਰਿੰਦਰਪਾਲ ਸਿੰਘ ਜੀ ਲੈਣਗੇ। ਪਲੀਜ਼ ਉਹਨਾਂ ਨੂੰ ਸਪੋਰਟ ਕਰ ਦਿੱਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ
मूरत आजुति भंग प्रसाद एक ओंकार सतनाम करता पुरख निर्भय निर्वैर अकाल आजुनी सरभंग प्रसाद एक ओंकार सतनाम करता पुरख निर्भय निर्वैर अकाल भंग प्रसाद एक ओंकार सतनाम करता पुरख वैर अकाल मूरत आजुनी सरभंग प्रसाद एक ओंकार सतनाम करता पुरख निर्भय निर्वैर अकाल मूरत आजुनी सरभंग प्रसाद वाहे गुरु 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 वाहेगुरु वाहेगुरु जी का खालसा वाहेगुरु जी की फतेह। बहुत बहुत धन्यवाद जी नਰਿੰਦਰਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਹੀ ਰਸ ਪਿੰਨਾ ਗੁਰਮੰਤਰ ਦਾ ਜਾਪ ਕਰਵਾਇਆ ਹੈ ਜੀ। ਹੁਣ ਮੈਂ ਇਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਉਹ ਫਿਰ ਸਕਰੀਨ ਤੇ ਆਉਣ ਅਤੇ ਆਪਣੇ ਸ਼ਲੋਕ ਦੀ ਸੇਵਾ ਕਰਨ ਜੀ। कबीर रे नायर बिछोरिया रोहरे शंख मंजूर देवल देवल ताहड़ी देश है उगवत सूर। रे नायर रत्नाकर रत्ना दी खान दा समुंदर मंजूर ਸਮੁੰਦਰ ਦੇ ਵਿੱਚ ਹੀ ਰਹੋ ਟਿਕਿਆ ਰਹੋ। ਦੇਵਲ ਦੇਵਤੇ ਦਾ ਘਰ ਤਾਹੜੀ ਡਰਾਉਣੀ ਢਾਹ ਦੇਸ ਹੈ ਦੇਵੇਗਾ ਸੂਰਜ। ਅਰਥ ਹੈ ਜੀ ਹੇ ਕਬੀਰ ਸਮੁੰਦਰ ਤੋਂ ਵਿਛੜੇ ਹੋਏ ਹੇ ਸੰਗ ਸਮੁੰਦਰ ਦੇ ਵਿੱਚ ਹੀ ਟਿਕਿਆ ਰਹੋ, ਨਹੀਂ ਤਾਂ ਹਰ ਰੋਜ਼ ਸੂਰਜ ਚੜ੍ਹਦੇ ਸਾਰ ਹਰੇਕ ਮੰਦਰ ਵਿੱਚ ਡਰਾਉਣੀ ਢਾਹ ਮਾਰੇਗਾ। ਨੋਟ ਪ੍ਰਭ ਚਰਨਾਂ ਦੇ ਵਿਛੜ ਕੇ ਮਮਤਾ ਦਾ ਮਾਰਿਆ ਜੀਵ ਮਾਇਆ ਦੀ ਖਾਤਰ ਦਰ ਦਰ ਤੇ ਤਰਲੇ ਲੈਂਦਾ ਹੈ। ਜੇ ਪ੍ਰਭੂ ਦੇ ਦਰ ਤੇ ਟਿਕਿਆ ਰਹੇ ਤਾਂ ਹੋਰ ਆਸਾਂ ਧਾਰ ਕੇ ਧੱਕੇ ਖਾਣੋਂ ਬਚ ਜਾਂਦਾ ਹੈ। ਤਾਂ ਤੇ ਕਬੀਰ ਰਾਮ ਨਾ ਛੋਡੀਏ ਤਨ ਧਨ ਜਾਏ ਤਾਂ ਜਾਓ। ਵਾਹਿਗੁਰੂ ਜੀ ਤੁਸੀਂ ਆਪਣਾ ਵੀ ਕੁਝ ਵੀਡੀਓ ਸ਼ੇਅਰ ਕਰੋ ਜੀ ਇਸ ਵਲੌਗ ਦੇ ਦੌਰਾਨ। ਅਕੋਰਡਿੰਗ ਟੂ ਇਸ ਵਲੌਗ ਦੇ ਤੁਸੀਂ ਆਪਣੇ ਵੀ ਵੀਡੀਓ ਸ਼ੇਅਰ ਕਰੋ ਜੀ।
हाँ जी, कबीर जी इस विच कह रहे हैं कि सिर्फ इको प्रभु ਦਾ ਹੀ सहारा ਜਾਂ ਟੇਕ ਲੈਣੀ ਚਾਹੀਦੀ ਹੈ। ਜੇ ਅਸੀਂ ਉਸ ਦਾ ਸਹਾਰਾ ਨਹੀਂ ਲਵਾਂਗੇ ਤੇ ਦਰ ਦੇ ਚੋਟਾਂ ਹੀ ਖਾਵਾਂਗੇ। ਸੋ ਸਾਨੂੰ ਨਾਮ ਦਾ ਹੀ ਆਧਾਰ ਰੱਖਣਾ ਚਾਹੀਦਾ ਹੈ। ਤੇਰਾ ਏਕੋ ਨਾਮ ਤੇਰਾ ਆਧਾਰ। ਸੋ ਇਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਦੱਸਿਆ ਕਿ ਸਾਨੂੰ ਸਿਰਫ ਇੱਕੋ ਹੀ ਪਰਮਾਤਮਾ ਤੇ ਟੇਕ ਰੱਖਣੀ ਚਾਹੀਦੀ ਹੈ ਤੇ ਉਸ ਨੂੰ ਕਦੇ ਨਹੀਂ ਛੱਡਣਾ ਚਾਹੀਦਾ। ਅਕੋਰਡਿੰਗ ਟੂ ਮੀ ਜੀ, ਇਸ ਸ਼ਲੋਕ ਦੇ ਵਿੱਚ ਕਬੀਰ ਜੀ ਸਾਨੂੰ ਇਹ ਦੱਸਦੇ ਹਨ, ਸਾਡੀ ਇੱਕ ਤੁਲਨਾ ਇੱਕ ਸ਼ੰਖ ਦੇ ਨਾਲ ਕਰਦੇ ਹਨ ਜੋ ਕਿ ਸਮੁੰਦਰ ਦੇ ਵਿੱਚ ਪਾਇਆ ਜਾਂਦਾ ਹੈ। ਵੀ ਸਾਨੂੰ ਕਹਿੰਦੇ ਨੇ ਵੀ ਤੇ ਗੁਰੂ ਸਾਹਿਬ ਜੀ ਨੂੰ ਸਮੁੰਦਰ ਦੇ ਨਾਲ ਰਿਲੇਟ ਕਰਦੇ ਹਨ ਕਿ ਸਾਨੂੰ ਆਪਣੇ ਅਸੀਂ ਇੱਕ ਤਰ੍ਹਾਂ ਦੇ ਸ਼ੰਖ ਹਾਂ ਤੇ ਉਸ ਪਰਮਾਤਮਾ ਜੋ ਅਸੀਂ ਜਪਜੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ ਕਿ ਉਹ ਪਰਮਾਤਮਾ ਉਸਦੇ ਗੁਣ ਬੇਅੰਤੀ ਹਨ। ਅਸੀਂ ਨਾ ਤਾਂ ਉਸਦੇ ਗੁਣਾਂ ਨੂੰ ਬਿਆਨ ਕਰ ਸਕਦੇ ਹਾਂ, ਸਾਨੂੰ ਉਸ ਪਰਮਾਤਮਾ ਦੇ ਵਿੱਚ ਲੀਨ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਉਸ ਪਰਮਾਤਮਾ ਦੇ ਨੂੰ ਨਹੀਂ ਧਿਆਉਂਦੇ, ਉਸ ਨਾਲ ਲੀਨ ਨਹੀਂ ਹੁੰਦੇ ਤੇ ਅਸੀਂ ਹਰ ਰੋਜ਼ ਹੀ ਜਿਸ ਤਰ੍ਹਾਂ ਮੰਦਿਰਾਂ ਦੇ ਵਿੱਚ ਸ਼ੰਖ ਵੱਜਦਾ ਹੈ ਤੇ ਉਹ ਡਰਾਉਣੀ ਧਾਮ ਮਾਰਦਾ ਹੈ, ਤੇ ਇਸੇ ਤਰ੍ਹਾਂ ਅਸੀਂ ਹਰ ਰੋਜ਼ ਅਸੀਂ ਭਟਕਦੇ ਫਿਰਾਂਗੇ, ਅਸੀਂ ਆਸਾਂ ਦੇ ਘੇਰੇ ਵਿੱਚ ਫਸ ਕੇ ਆਪਣਾ ਜੀਵਨ ਵਿਅਰਥ ਗਵਾਵਾਂਗੇ। ਜਿਸ ਤਰ੍ਹਾਂ ਕਬੀਰ ਜੀ ਨੇ ਇੱਥੇ ਨੋਟ ਵਿੱਚ ਵੀ ਲਿਖਿਆ ਹੈ, ਕਬੀਰ ਰਾਮ ਨਾ ਛੋਡੀਐ ਧਨ ਜਾਏ ਤਾਂ ਜਾਓ। ਭਾਵੇਂ ਸਾਡਾ ਜਿਹੜਾ ਤਨ ਹੈ ਸਰੀਰ ਉਹ ਵੀ ਚਲਾ ਜਾਵੇ, ਭਾਵੇਂ ਜਿਹੜਾ ਸਾਡੇ ਕੋਲ ਪੈਸਾ ਹੈ ਸਾਡਾ ਉਹ ਵੀ ਚਲਾ ਜਾਵੇ, ਪਰ ਸਾਡੇ ਕੋਲ ਸਿਰਫ ਉਸ ਪਰਮਾਤਮਾ ਦਾ ਨਾਮ ਸਾਡੇ ਤੋਂ ਕਦੇ ਵੀ ਵਿਸਰਨਾ ਨਹੀਂ ਚਾਹੀਦਾ। ਹੁਣ ਮੈਂ ਸੰਗਤ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹ ਇਸ ਸ਼ਲੋਕ ਦੇ ਆਪਣੇ ਵਿਊ ਸ਼ੇਅਰ ਕਰਨ ਜੀ, ਵੱਧ ਤੋਂ ਵੱਧ ਹੈਂਡ ਰੇਜ਼ ਕਰਕੇ। ਤੋ ਜੀ ਅਸੀਂ ਉਹਨਾਂ ਚਿਕਰ ਅਸੀਂ ਆਪਣੇ ਨੈਕਸਟ ਸ਼ਲੋਕ ਵੱਲ ਵਧਦੇ ਹਾਂ ਜੀ। ਪਲੀਜ਼ ਨਰਿੰਦਰਪਾਲ ਸਿੰਘ ਜੀ ਨੇ ਰਿਕੁਐਸਟ ਹੈ ਕਿ ਉਹ ਫਿਰ ਸਕਰੀਨ ਤੇ ਆਉਣ ਤੇ ਆਪਣੀ ਨੈਕਸਟ ਸ਼ਲੋਕ ਦੀ ਸੇਵਾ ਲੈਣ ਜੀ। ਵਾਹਿਗੁਰੂ ਜੀ। कबीर सूता क्या करे जाग रोए पै दुख, जाका बासा गोर में सो क्यों सोवे सुख। कबीर सूता क्या करे जाग रोए पै दुख, जाका बासा गोर में सो क्यों सोवे सुख। कबीर सूता क्या करे उठ के ना जपे मुराद, एक दिन सोवन होए गो लांबे गोड पसार। कबीर सूता क्या करे उठ के ना जपे मुराद, एक दिन सोवन होए गो लांबे गोड पसार। कबीर सूता क्या करे बैठा रहो अरजा, जाके संग ते विचरा ताही के संग ला। कबीर सूता क्या करे बैठा रहो अरजा, जाके संग ते विचरा ताही के संग ला। पद अर्थ सूता माया दी ममता दी नींदर विच सुता होया, भै दुनिया दे डर सहम रोए पै दुख। नोट वेखो श्लोक नंबर 72। दुनिया दे डरां सहमां ते दुखां नूं दूर कर। नोट किसे नूं रो बैठण ਤੋਂ ਭਾਵ ਹੈ
ਕਿਸੇ ਨਾਲ ਸੰਬੰਧ ਤੋੜ ਲੈਣਾ। ਵਾਸਾ ਵਾਸ ਨਿਵਾਸ, ਗੌਰ ਕਬਰ, ਹਨੇਰੀ ਡੂੰਗੀ ਥਾਂ, ਦੁਨੀਆ ਦੇ ਦੁੱਖ ਤੇ ਸਹਿਮਾਂ ਦੀ ਭਰੀ ਹੋਈ ਜ਼ਿੰਦਗੀ। ਕਿਉਂ ਕਿਵੇਂ ਕਿਉਂ ਸੋਵੇ, ਸੁੱਖ ਨਾਲ ਸੋ ਨਹੀਂ ਸਕਦਾ, ਸੁਖੀ ਹੋ ਨਹੀਂ ਸਕਦਾ। ਉੱਠ ਸੁਚੇਤ ਹੋ ਕੇ, ਹੁਸ਼ਿਆਰ ਹੋ ਕੇ, ਕਿਉਂ ਮੁਰਾਰ ਪ੍ਰਮਾਤਮਾ ਪਸਾਰ ਕੇ, ਖਿਲਾਰ ਕੇ, ਲਾਬੇ ਗੋਡ ਪਸਾਰ, ਲੰਮੇ ਗੋਡੇ ਪਸਾਰ ਕੇ। ਇਸ ਤਰ੍ਹਾਂ ਬੇਫਿਕਰ ਹੋ ਕੇ ਮੁੜ ਕਦੇ ਉੱਠਣਾ ਹੀ ਨਹੀਂ। ਜਾ ਕੇ ਸੰਗ ਤੇ ਜਿਸ ਪਰਮਾਤਮਾ ਦੀ ਸੰਗਤ ਤੋਂ ਲਾਗ ਲੱਗਾ ਰਹੋ, ਜੁੜਿਆ ਰਹੋ। ਨੋਟ: ਤੀਜੇ ਸ਼ਲੋਕ ਦੀ ਅਖੀਰਲੀ ਤੁਕ ਨੂੰ ਪੜ੍ਹਿਆ ਸਾਫ਼ ਦਿਸ ਪੈਂਦਾ ਹੈ ਕਿ ਸਣ ਤੋਂ ਭਾਵ ਪਰਮਾਤਮਾ ਦੇ ਚਰਨਾਂ ਤੋਂ ਵਿਛੜਨਾ ਅਤੇ ਜਾਗਣ ਤੋਂ ਭਾਵ ਹੇ ਪ੍ਰਭੂ ਦੀ ਯਾਦ ਵਿੱਚ ਜੁੜਨਾ। ਹੇ ਕਬੀਰ, ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ, ਮਸਤ ਹੋਇਆ ਕੀ ਕਰ ਰਿਹਾ ਹੈ? ਕਿਉਂ ਅਜਾਈ ਉਮਰ ਗਵਾ ਰਿਹਾ ਹੈ? ਪ੍ਰਭੂ ਦੀ ਯਾਦ ਵਿੱਚ ਹੁਸ਼ਿਆਰ ਹੋ ਅਤੇ ਇਸ ਦੀ ਯਾਦ ਦੀ ਬਰਕਤ ਨਾਲ ਉਹਨਾਂ ਸੰਸਾਰਕ ਸਹਿਮਾਂ ਤੇ ਕਲੇਸ਼ਾਂ ਤੋਂ ਖਲਾਸੀ ਹਾਸਲ ਕਰ ਜੋ ਪ੍ਰਭੂ ਚਰਨਾਂ ਤੋਂ ਵਿਛੜਿਆ ਆ ਘੇਰਦੇ ਹਨ। ਤੂੰ ਸਮਝਦਾ ਹੈ ਕਿ ਮੋਹ ਦੀ ਨੀਂਦ ਮਿੱਠੀ ਨੀਂਦ ਹੈ, ਪਰ ਇਹ ਮੋਹ ਤੋਂ ਪੈਦਾ ਹੋਏ ਦੁੱਖ ਕਲੇਸ਼ਾਂ ਤੋਂ ਸਹਿਮਾਂ ਹੇਠ ਦੱਬੇ ਰਹਿਣਾ ਕਬਰ ਵਿੱਚ ਪੈਣ ਸਮਾਨ ਹੈ। ਇਹ ਦੁੱਖਾਂ ਕਲੇਸ਼ਾਂ ਸਹਿਮਾਂ ਭਰਿਆ ਜੀਵਨ ਸੁਖੀ ਜੀਵਨ ਨਹੀਂ ਹੈ। ਜਿਸ ਮਨੁੱਖ ਦਾ ਵਾਸ ਸਦਾ ਅਜਿਹੀ ਕਬਰ ਵਿੱਚ ਰਹੇ, ਉਹ ਕਦੇ ਸੁਖੀ ਜੀਵਨ ਜਿਉਂਦਾ ਨਹੀਂ ਕਿਹਾ ਜਾ ਸਕਦਾ। ਹੇ ਕਬੀਰ, ਮਾਇਆ ਦੇ ਮੋਹ ਵਿੱਚ ਮਸਤ ਹੋ ਕੇ ਕਿਉਂ ਉਮਰ ਅਜਾਈ ਗਵਾ ਰਿਹਾ ਹੈ? ਇਸ ਮੋਹ ਨੀਂਦ ਵਿੱਚੋਂ ਹੁਸ਼ਿਆਰ ਹੋ ਕੇ ਕਿਉਂ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ? ਇੱਕ ਦਿਨ ਅਜਿਹਾ ਬੇਬਸ ਹੋ ਕੇ ਸੌਣਾ ਪਏਗਾ ਕਿ ਮੁੜ ਉੱਠਿਆ ਹੀ ਨਹੀਂ ਜਾ ਸਕੇਗਾ। ਇੱਕ ਦਿਨ ਸਦਾ ਦੀ ਨੀਂਦਰੇ ਸੌਣਾ ਪਏਗਾ। ਹੇ ਕਬੀਰ, ਮਾਇਆ ਦੇ ਮੋਹ ਵਿੱਚ ਮਸਤ ਹੋ ਕੇ ਕਿਉਂ ਉਮਰ ਅਜਾਈ ਗਵਾ ਰਿਹਾ ਹੈ? ਹੁਸ਼ਿਆਰ ਹੋ, ਮਮਤਾ ਦੀ ਨੀਂਦ ਦੇ ਹੁਲਾਰੇ ਵੱਲੋਂ ਸੁਚੇਤ ਰਹੋ। ਜਿਸ ਪ੍ਰਭੂ ਦੀ ਯਾਦ ਤੋਂ ਵਿਛੜਿਆ ਹੋਇਆ ਹੈ ਅਤੇ ਇਹ ਸਹਿਮ ਤੇ ਕਲੇਸ਼ ਸਹਾਰ ਰਿਹਾ ਹੈ, ਉਸੇ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹੋ। ਵਾਹਿਗੁਰੂ ਜੀ, ਤੁਸੀਂ ਆਪਣੇ ਵੀ ਸ਼ੇਅਰ ਕਰੋ ਜੀ। ਕਬੀਰ ਜੀ ਸਾਨੂੰ ਇਸ ਸ਼ਲੋਕ 'ਚ ਸਮਝਾ ਰਹੇ ਆ ਜੀ ਕਿ ਅਸੀਂ ਜਿਹੜੇ ਮਾਇਆ ਦੇ ਰਸ ਵਿੱਚ ਹੋਏ ਫਸੇ ਪਏ ਆ, ਵੀ ਸਾਨੂੰ ਇਹ ਭੁੱਲ ਕੇ ਨਾਮ ਦੇ ਨਾਲ ਜੁੜਨਾ ਚਾਹੀਦਾ। ਸਾਡਾ ਅਸਲ ਮਨੋਰਥ ਜੀਵਨ ਦਾ ਨਾਮ ਨਾਲ ਜੁੜਨਾ ਹੀ ਹੈ ਜੀ। ਤੇ ਅਸੀਂ ਸੋਦਰ ਰਹਿਰਾ ਸਾਹਿਬ ਜੀ 'ਚ ਰੋਜ਼ ਪੜ੍ਹਦੇ ਆ, ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕੀਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਪ੍ਰਮਾਤਮਾ ਨੇ ਸਾਨੂੰ ਸਿਰਫ ਇਹ ਜੀਵਨ ਜਿਹੜਾ ਦਿੱਤਾ ਵਾ, ਉਹ ਨਾਮ ਜਪਣ ਵਾਸਤੇ ਹੀ ਦਿੱਤਾ ਸੀ, ਪਰ ਅਸੀਂ ਮਾਇਆ ਵਿੱਚ ਫਸੇ ਪਏ ਆ ਤੇ ਉਹਦੇ ਵਿੱਚ ਹੀ ਲੱਗੇ ਹੋਏ ਆ ਜੀ, ਤੇ ਜੀਵਨ ਅਜਾਈ ਗਵਾ ਰਹੇ ਆ। ਤੇ ਸੱਚੇ ਪਾਤਸ਼ਾਹ ਜੀ ਸਾਨੂੰ ਸਮਰਥ ਬਖਸ਼ਣ ਤੇ ਅਸੀਂ ਨਾਮ ਨਾਲ ਜੁੜੇ ਰਹੀਏ। ਹਾਂਜੀ, ਵਾਹ ਜੀ, ਇਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਦੱਸਿਆ ਕਿ ਸਾਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ। ਸਾਨੂੰ ਇਹ ਜੀਵਨ ਹੀ ਇਹ ਮਿਲੇ, ਇਸ ਕਰਕੇ ਮਿਲਿਆ ਕਿ ਅਸੀਂ ਪ੍ਰਮਾਤਮਾ ਦਾ ਨਾਮ ਜਪ ਸਕੀਏ ਜੀ। ਹੁਣ ਅਸੀਂ ਦੇਖਦੇ ਹਾਂ ਜੀ, ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਪੈ ਦੁੱਖ। ਇੱਥੇ ਕਬੀਰ ਜੀ ਕਹਿੰਦੇ ਨੇ ਸਾਡਾ ਸਾਰਾ ਜੀਵਨ ਹੀ ਅਸੀਂ ਭਾਵੇਂ ਅਸੀਂ ਸਰੀਰਕ ਤੌਰ ਤੇ ਅਸੀਂ ਉੱਠ ਜਾਂਦੇ ਹਾਂ, ਪਰ ਸਾਡਾ ਜਿਹੜਾ ਅੰਦਰੋਂ ਸਾਡਾ ਆਤਮਿਕ ਤੌਰ ਤੇ ਅਸੀਂ ਸੁੱਤੇ ਪਏ ਹਾਂ। ਸੋ ਸਾਨੂੰ ਲੋੜ ਹੈ ਜਾਗਣ ਦੀ, ਤੇ ਆਪਣੇ ਜਿਹੜੀ ਦੁੱਖ ਆ ਉਸਨੂੰ ਗੁਰੂ ਦੇ ਅੱਗੇ ਕਹਿਣ ਦੀ, ਵੀ ਮੈਨੂੰ ਗੁਰੂ ਨੂੰ ਦੱਸਣ ਦੀ ਵੀ ਮੈਨੂੰ ਆਹ ਦੁੱਖ ਆ। ਤੇ ਅੱਗੇ ਕਬੀਰ ਜੀ ਦੱਸਦੇ ਨੇ, ਜਾ ਕਾ ਬਾਸਾ ਗੋਰ ਮਹਿ
ਸੋ ਕਿਉਂ ਸੋਵੈ ਸੁਖ। ਜਿਸ ਮਨੁੱਖ ਨੂੰ ਪਤਾ ਹੈ ਕਿ ਮੈਂ ਇਸ ਦੁਨੀਆ ਤੋਂ ਚਲਾ ਜਾਣਾ ਹੈ, ਉਹ ਸੁੱਖ ਦੀ ਨੀਂਦੇ ਸੌਂ ਕਿਵੇਂ ਸਕਦਾ ਹੈ। ਸੋ ਸਾਨੂੰ ਇਸ ਆਪਣੀ ਇਸ ਜਨਮ ਮਰਨ ਦੇ ਗੇੜ ਨੂੰ ਸਾਨੂੰ ਕੱਟਣ ਵਾਸਤੇ ਉਸ ਪਰਮਾਤਮਾ ਦੇ ਨੂੰ ਧਿਆਉਣਾ ਚਾਹੀਦਾ ਹੈ। ਸਾਡਾ ਇਉਂ ਨਹੀਂ ਹੋਣਾ ਚਾਹੀਦਾ ਕਿ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਾਨੂੰ ਆਪਣੇ ਇਸ ਹੀਰੇ ਜੈਸੇ ਜਨਮ ਨੂੰ ਇਸ ਨਾਲ ਆਪਣੇ ਪਰਮਾਤਮਾ ਦੇ ਨਾਲ ਜੋੜ ਕੇ ਸਾਨੂੰ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਹੁਣ ਵਰਿੰਦਰਜੀਤ ਕੌਰ ਜੀ ਦਾ ਹੈਂਡ ਰੇਜ਼ ਹੈ, ਵੀਰੇ ਉਹਨੂੰ ਸਪੋਰਟ ਕਰਦੇ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਸ਼ਲੋਕ। ਕਬੀਰ ਸੁੱਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾਕਾ ਬਾਸਾ ਗੌਰ में ਸੋ ਕਿਉਂ ਸੋਵੈ ਸੁਖ। ਇਸ ਵਿੱਚ ਕਬੀਰ ਜੀ ਇਹ ਦਰਸਾਉਣ ਦਾ ਯਤਨ ਕਰਦੇ ਹਨ ਕਿ ਜਿਸ ਨੂੰ ਮੌਤ ਚੇਤੇ ਹੈ ਨਾ, ਉਹ ਪ੍ਰਭੂ ਸਿਮਰਨ ਵੱਲੋਂ ਕਦੇ ਅਵੇਸਲਾ ਨਹੀਂ ਹੁੰਦਾ। ਇਸ ਸ਼ਲੋਕ ਨਾਲ ਰਿਲੇਟਡ ਬਾਬਾ ਫਰੀਦ ਜੀ ਦੇ ਵੀ ਬਚਨ ਹਨ। ਫਰੀਦਾ ਜਾਤੋ ਖੱਟਣ ਵੇਲ, ਤਾਤੂ ਰੱਤਾ ਦੁਨੀ ਸਿਉ, ਮਰਗ ਸਵਾਈ ਨੀ ਜਾ ਭਰਿਆ ਤਾਂ ਲੱਦਿਆ। ਫਰੀਦ ਜੀ ਕਹਿੰਦੇ ਹਨ ਕਿ ਜਦੋਂ ਤੇਰਾ ਅਸਲ ਖੱਟੀ ਖੱਟਣ ਦਾ ਵੇਲਾ ਸੀ, ਤਦੋਂ ਤੂੰ ਦੁਨੀਆ ਦੀ ਪੋਟਲੀ ਨਾਲ ਮਸਤ ਰਿਹਾ। ਇਸ ਤਰ੍ਹਾਂ ਮੌਤ ਦੀ ਨੀਂਹ ਪੱਕੀ ਹੁੰਦੀ ਗਈ, ਭਾਵ ਮੌਤ ਦਾ ਸਮਾਂ ਨੇੜੇ ਆਉਂਦਾ ਗਿਆ। ਜਦੋਂ ਸਾਰੇ ਸਵਾਸ ਪੂਰੇ ਹੋ ਗਏ ਤਾਂ ਇੱਥੋਂ ਜਾਣਾ ਪਿਆ। ਸੋ ਹੁਣ ਅਣਜਾਣ ਵਾਲੇ ਕੰਮ ਨਾ ਕਰ, ਅਣਜਾਣਾ ਵਾਲੇ ਕੰਮ ਨਾ ਕਰ ਤੇ ਅਗਾਂਹ ਦੀ ਤਿਆਰੀ ਲਈ ਕਮਾਈ ਕਰ। ਕਬੀਰ ਜੀ ਦਾ ਇੱਕ ਹੋਰ ਫਰਮਾਨ ਹੈ, ਰਾਤ ਜੇ ਸੋਵੇ ਦਿਨ ਕਰੇ ਕਾਮ, ਇਖਨ ਲੈ ਨਾ ਹਰ ਕੋ ਨਾਮ। ਜੋ ਮਨੁੱਖ ਰਾਤ ਨੂੰ ਸੁੱਤੇ ਰਹਿੰਦੇ ਹਨ, ਭਾਵ ਰਾਤ ਤਾਂ ਸੁੱਤਿਆਂ ਹੀ ਗੁਜ਼ਾਰ ਦਿੰਦੇ ਹਨ ਤੇ ਦਿਨ ਦੇ ਸਮੇਂ ਦੁਨਿਆਵੀ ਕੰਮ ਧੰਦੇ ਕਰਦੇ ਰਹਿੰਦੇ ਹਨ, ਪਰ ਇੱਕ ਪਲ ਮਾਤਰ ਵੀ ਪ੍ਰਭੂ ਦਾ ਨਾਮ ਨਹੀਂ ਜਪਦੇ। ਹਾਂ, ਕਹਿਣ ਦਾ ਭਾਵ ਮਰਤੀ ਬਾਹਰ ਕਸ ਬੰਨ੍ਹਿਓ ਚੋਰ, ਕਹਿਣ ਦਾ ਭਾਵ ਉਹ ਮਰਨ ਵੇਲੇ ਚੋਰਾਂ ਵਾਂਗ ਕੱਸ ਕੇ ਬੱਧੇ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹ ਜੀ ਵਾਹ, ਸਾਨੂੰ ਉਹਨਾਂ ਨੇ ਕਿੰਨਾ ਹੀ ਵਧੀਆ ਦੱਸਿਆ ਕਿ ਸਾਨੂੰ ਪਰਮਾਤਮਾ ਦੇ ਜੋ ਸਾਡਾ ਇਸ ਜੀਵਨ ਦਾ ਮਨੋਰਥ ਹੈ, ਉਸ ਪਰਮਾਤਮਾ ਜਦੋਂ ਸਾਨੂੰ ਉਸ ਪਰਮਾਤਮਾ ਦਾ ਭਾਵ ਸਾਡੇ ਅੰਦਰ ਪੈਦਾ ਹੋ ਗਿਆ ਤੇ ਉਸ ਨਾਲ ਸਾਡਾ ਪਿਆਰ ਆਟੋਮੈਟਿਕ ਸਾਡਾ ਉਸ ਨਾਲ ਪਿਆਰ ਬਣਨ ਲੱਗ ਜਾਏਗਾ। ਸੋ ਸਾਡਾ ਨੈਕਸਟ ਸ਼ਲੋਕ ਹੈ ਜੀ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ, ਲਾਂਬੇ ਗੋਂਡ ਪਸਾਰ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ, ਲਾਂਬੇ ਗੋਂਡ ਪਸਾਰ। ਇਸ ਵਿੱਚ ਕਬੀਰ ਜੀ ਦੱਸਦੇ ਹਨ ਕਿ ਅਸੀਂ ਸਾਰਾ ਜੀਵਨ ਹੀ ਸੁੱਤੇ ਰਹਿੰਦੇ ਹਾਂ, ਸਰੀਰਕ ਤੌਰ ਤੇ ਨਹੀਂ, ਆਤਮਿਕ ਤੌਰ ਤੇ ਗੁਰੂ ਅਰਜਨ ਸਾਹਿਬ ਜੀ ਵੀ ਸਾਨੂੰ ਦੱਸਦੇ ਹਨ ਗੌੜੀ ਗੋਰੇਰੀ ਰਾਗ ਦੇ ਵਿੱਚ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਗੁਰੂ ਸਾਹਿਬ ਜੀ ਕਹਿੰਦੇ ਹਨ ਜਿਹੜੇ ਸਾਡੇ ਨੈਣ ਹਨ ਉਹ ਵਿਕਾਰਾਂ ਦੇ ਵਿੱਚ ਹੀ ਫਸੇ ਹੋਏ, ਵਿਕਾਰਾਂ ਦੀ ਨੀਂਦ ਦੇ ਵਿੱਚ ਹੀ ਸੁੱਤੇ ਹੋਏ ਹਨ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਜਿਹੜੇ ਸਾਡੇ ਕੰਨ ਹਨ ਉਹ ਲੋਕਾਂ ਦੀਆਂ ਨਿੰਦਿਆ ਸੁਣਨ ਦੇ ਵਿੱਚ ਸੁੱਤੇ ਹੋਏ ਹਨ। ਰਸਨਾ ਸੋਈ ਲੋਭ ਮਿੱਠਾ ਸਾਧ, ਜਿਹੜੀ ਸਾਡੀ ਜੀਭ ਹੈ ਭਾਵ ਰਸਨਾ ਹੈ, ਉਹ ਸਾਡੀ ਪਦਾਰਥਾਂ ਦੇ ਸਵਾਦ ਦੇ ਵਿੱਚ ਸੁੱਤੀ ਹੋਈ ਹੈ। ਮਨ ਸੋਇਆ ਮਾਇਆ ਬਿਸਮਾਦ, ਜਿਹੜਾ ਸਾਡਾ ਮਨ ਹੈ ਉਹ ਮਾਇਆ ਦੇ ਅਸ਼ਚਰਜੀ ਤਮਾਸ਼ਿਆਂ ਦੇ ਵਿੱਚ ਜਿਹੜਾ ਹੈ ਉਹ ਸੁੱਤਾ ਹੋਇਆ ਹੈ। ਤੇ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ। ਗੁਰੂ ਸਾਹਿਬ ਜੀ ਕਹਿੰਦੇ ਹਨ ਕੋਈ ਵਿਰਲੇ ਹੀ ਹਨ ਜਿਹੜੇ ਆਪਣੇ ਇਸ ਆਪਣੇ ਸਰੀਰ ਰੂਪੀ ਮੰਦਿਰ ਦੇ ਵਿੱਚ ਜਿਹੜੇ ਜਾਗਦੇ ਰਹਿੰਦੇ ਹਨ। ਤੇ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਸਾਬਤ ਵਸਤ ਉਹ ਆਪਣੀ ਲਹਿ, ਉਹੀ ਜਿਹੜੇ ਆਪਣੇ ਇਸ ਆਤਮਿਕ ਜੀਵਨ ਨੂੰ ਇਸ ਧਰਤੀ ਤੇ ਆਉਂਦੇ ਆਪਣੇ ਇਸ ਜੀਵਨ ਨੂੰ ਸਫਲਾ ਕਰਦੇ ਹਨ, ਜਿਹੜੇ ਆਪਣੇ ਇਹਨਾਂ ਵਿਕਾਰਾਂ ਨੂੰ ਤੇ ਆਪਣੇ ਇਸ ਮਾਇਆ ਨੂੰ ਆਪਣੇ
ਪਰੇ ਛੱਡ ਕੇ ਤੇ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿੰਦੇ ਹਨ ਤੇ ਸਾਨੂੰ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਤੇ ਆਪਣੇ ਇਸ ਮਰਨ ਤੋਂ ਪਹਿਲਾਂ ਹੀ ਆਪਣੇ ਉਸ ਪਰਮਾਤਮਾ ਦੇ ਨਾਲ ਜੁੜ ਕੇ ਆਪਣਾ ਜੀਵਨ ਮਰਨ ਕੱਢ ਲੈਂਦੇ ਹਨ। ਸੋ ਸਾਡਾ ਨੈਕਸਟ ਹੈਂਡ ਰੇਜ਼ ਹੈ ਜੀ ਮਨਦੀਪ ਕੌਰ ਜੀ ਦਾ, ਪਲੀਜ਼ ਉਹਨਾਂ ਨੂੰ ਸਪੋਰਟ ਕਰ ਦਿੱਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਨੂੰ ਇਸ ਸਲੋਕ ਵਿੱਚ ਇਹ ਸਮਝ ਲੱਗਦੀ ਹੈ ਕਿ ਕਬੀਰ ਇਸ ਵਿੱਚ ਕਹਿ ਰਹੇ ਨੇ, ਕਬੀਰ ਸੁੱਤਾ ਕਿਆ ਕਰੇ ਵੀ ਤੂੰ ਕਿ ਸੁੱਤਾ ਰਹਿਣਾ ਹਰ ਟਾਈਮ, ਜਿਵੇਂ ਵੀਰੇ ਨੇ ਦੱਸਿਆ ਕੰਨਾਂ ਤੋਂ ਵੀ, ਅੱਖਾਂ ਤੋਂ ਵੀ ਤੇ ਜੀਭ ਤੋਂ ਵੀ, ਤੂੰ ਸੁੱਤਾ ਰਹਿਣਾ ਹਰ ਟਾਈਮ, ਬੈਠਾ ਰਹੋ ਹਰ ਜਾਗ, ਤੂੰ ਬੈਠਾ ਰਹਿ। ਤੇ ਉੱਪਰਾਂ ਦੇ ਸਲੋਕ ਜਿਹੜਾ ਵੀਰੇ ਨੇ ਦੱਸਿਆ ਕਬੀਰ ਸੁੱਤਾ ਕਿਆ ਕਰੇ ਉੱਠ ਨਾ ਜਪੇ ਮੁਰਾਰ, ਕਿ ਸੁੱਤਾ ਕੀ ਕਰ ਰਿਹਾ ਤੂੰ, ਉੱਠ ਕੇ ਨਾਮ ਕਿਉਂ ਨਹੀਂ ਜਪਦਾ। ਇੱਕ ਦਿਨ ਸੋਵਣ ਹੋਏ ਗੋ ਲਾਭ ਹੈ ਪਸਾਰ, ਵੀ ਇੱਕ ਦਿਨ ਤੂੰ ਸੱਚੀ ਸੋ ਹੀ ਜਾਣਾ ਹੈ ਤੇ ਤੂੰ ਉਸ ਟਾਈਮ ਕੀ ਕਰੇਗਾ ਜਦੋਂ ਤੂੰ ਪੱਕਾ ਹੀ ਤੈਨੂੰ ਤੂੰ ਰੱਬ ਵੱਲੋਂ ਰੱਬ ਨੇ ਤੈਨੂੰ ਪੱਕਾ ਹੀ ਸਵਾ ਦਿੱਤਾ, ਫਿਰ ਉਦੋਂ ਤੂੰ ਕੀ ਕਰੇਗਾ। ਇਸ ਲਈ ਤੂੰ ਹੁਣ ਸੁੱਤਾ ਹੈ, ਜੋ ਕੀ ਕਰ ਰਿਹਾ ਸੁੱਤਾ ਹੋਇਆ, ਤੂੰ ਉੱਠ ਕੇ ਨਾਮ ਜਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਦੱਸਿਆ ਕਿ ਸਾਨੂੰ ਉਸ ਪਰਮਾਤਮਾ ਦੇ ਨਾਮ ਨੂੰ ਹਮੇਸ਼ਾ ਹੀ ਚੇਤੇ ਰੱਖਣਾ ਚਾਹੀਦਾ ਹੈ। ਜਿਸ ਤਰ੍ਹਾਂ ਇੱਕ ਕੁੱਕਰ ਆਪਣੇ ਮਾਲਕ ਦਾ ਦਰਵਾਜ਼ਾ ਕਦੇ ਵੀ ਨਹੀਂ ਛੱਡਦਾ, ਭਾਵੇਂ ਉਹਨੂੰ ਜਿੱਥੇ ਮਰਜ਼ੀ ਛੱਡ ਆਈਏ ਉਹ ਫਿਰ ਵੀ ਆਪਣੇ ਮਾਲਕ ਦੇ ਵੱਲ ਦੌੜਦਾ ਹੈ। ਤੇ ਇਸ ਤਰ੍ਹਾਂ ਹੀ ਸਾਨੂੰ ਕੁੱਕਰ ਦੀ ਬੇਨਤੀ ਦੇ ਸਮਾਨ ਸਾਨੂੰ ਗੁਰੂ ਸਾਹਿਬਾਨ ਦੇ ਦਰ ਤੇ ਸਾਨੂੰ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਤੇ ਉਸਦੇ ਦਰ ਤੇ ਸਾਨੂੰ ਉਸਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਹੁਣ ਮੈਂ ਰਵਿੰਦਰ ਅੰਕਲ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਸਕਰੀਨ ਤੇ ਆਉਣ ਤੇ ਆਪਣੇ ਕੁਝ ਕੁ ਵਿਚਾਰ ਸਾਡੇ ਨਾਲ ਸਾਂਝੇ ਕਰਨ ਜੀ। ਵਾਹ ਜੀ, ਹਾਂ ਹਾਂ ਹਾਂ। ਸੰਗਤ ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਵਰਿੰਦਰਜੀਤ ਭੈਣ ਜੀ ਰੋਜ਼ ਬਹੁਤ ਪਿਆਰੀ ਵਿਚਾਰ ਦਿੰਦੇ ਨੇ, ਬਟ ਅੱਜ ਉਹਨਾਂ ਨੇ ਅਸਲ ਗੱਲ ਵੱਲ ਸਾਡਾ ਧਿਆਨ ਦਿਵਾਇਆ। ਸੰਗਤ ਜੀ ਅੱਜ ਬੜੀ ਪਿਆਰੀ ਵਿਚਾਰ ਭਗਤ ਕਬੀਰ ਜੀ ਸਾਨੂੰ ਵੈਸੇ ਰੋਜ਼ ਹੀ ਦਿੰਦੇ ਨੇ, ਪਰ ਅੱਜ ਸੌਣ ਤੇ ਜਾਗਣ ਦੀ ਵਿਚਾਰ ਹੈ ਵੀ ਸੌਣਾ ਕੀ ਹੈ, ਸਾਨੂੰ ਕਿਸ ਤਰ੍ਹਾਂ ਸੌਣਾ ਚਾਹੀਦਾ ਪਰ ਕਿਸ ਤਰ੍ਹਾਂ ਜਾਗਣਾ ਚਾਹੀਦਾ। ਮੈਂ ਪਿਛਲੇ ਦਿਨੀ ਗੱਲ ਕਰਾਂ ਕਿ ਬੜੀ ਪਿਆਰੀ ਗੱਲ ਚੱਲੀ ਸੀ, ਸੰਗਤ ਵੱਲੋਂ ਆਈ ਸੀਗੀ ਤੇ ਵਾਹ ਵਾਹ ਕਰਦਿਆਂ ਸਾਨੂੰ ਸੌਣਾ ਚਾਹੀਦਾ। ਜੇ ਅਸੀਂ ਵਾਹੋ ਵਾਹ ਕਰਦਿਆਂ ਸੌਵਾਂਗੇ ਤੇ ਵਾਹੋ ਵਾਹ ਕਰਦਿਆਂ ਉੱਠ ਜਾਵਾਂਗੇ, ਕਿਉਂਕਿ ਅੱਜ ਕਬੀਰ ਜੀ ਵੱਲੋਂ ਸਾਰੀਆਂ ਸਾਨੂੰ ਇੰਸਟਰਕਸ਼ਨਸ ਨੇ ਕਿ ਆਹ ਕਰੇਗਾ ਤੇ ਇਸ ਤਰ੍ਹਾਂ ਹੋਏਗਾ, ਆਹ ਕਰੇਗਾ ਤੇ ਇਸ ਤਰ੍ਹਾਂ ਹੋਏਗਾ। ਤਿੰਨੋਂ ਚਾਰੋਂ ਸ਼ਲੋਕ ਜਿਹੜੇ ਨੇ ਅੱਜ ਅਖੀਰਲੇ ਸ਼ਲੋਕ ਹੀ ਸਾਨੂੰ ਉਹ ਇੰਸਟਰਕਟ ਕਰਦੇ ਨੇ ਵੀ ਆਹ ਸਾਰੇ ਜਿਹੜੇ ਪਿਛਲੇ 3 ਸ਼ਲੋਕ ਨੇ ਉਹ ਤੇਰੀ ਜੋ ਕਰੇਗਾ ਉਹ ਹੀ ਪਾਏਗਾ, ਪਰ ਲਾਸਟ ਸ਼ਲੋਕ ਉਹਨਾਂ ਨੇ ਕਿਹਾ ਵੀ ਸਾਰਿਆਂ ਦਾ ਸੋਲੂਸ਼ਨ ਆਹ ਵਾਲਾ ਹੈ, ਏਦਾਂ ਕਰੇਗਾ ਤੇ ਬਾਕੀ ਸਾਰੇ ਜਮਾਂ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਮੈਂ ਕੱਲ ਸਹਿਜ ਪਾਠ ਕਰ ਰਿਹਾ ਸਾਂ, ਇੱਕ ਬੜਾ ਪਿਆਰਾ ਸ਼ਬਦ ਉਹਦੇ ਵਿੱਚ ਆਇਆ, ਕਿਉਂਕਿ ਅੱਜ ਕਬੀਰ ਜੀ ਸਾਰੀ ਗੱਲ ਮਾਇਆ ਤੇ ਕਰ ਰਹੇ ਆ, ਮਾਇਆ ਦੀ ਮਮਤਾ ਦੀ ਨੀਂਦ ਦੀ ਗੱਲ ਕਰ ਰਹੇ ਆ ਕਿ ਅਸੀਂ ਸਾਰੇ ਜਣੇ ਗਾਫਲਤਾ ਦੇ ਨੀਂਦ ਹੀ ਸੋ ਰਹੇ ਹਾਂ। ਕਹਾਂ ਗਾਫਲ ਸੋਇਆ ਸਾਨੂੰ ਫਰੀਦ ਜੀ ਬੜੀ ਵਾਰੀ ਜਗਾਉਂਦੇ ਨੇ, ਪਰ ਅੱਜ ਕਬੀਰ ਜੀ ਮੈਨੂੰ ਲੱਗਦਾ ਹੈ ਕਿ ਜਿਵੇਂ ਵਰਿੰਦਰਜੀਤ ਭੈਣ ਜੀ ਨੇ ਕਿਹਾ, ਸਾਨੂੰ ਹਲੂਣ ਕੇ ਜਗਾ ਰਹੇ ਆ ਕਿ ਉੱਠ, ਨਹੀਂ ਕਰੇਗਾ ਤੇ ਇਸ ਤਰ੍ਹਾਂ ਹੋ ਜਾਏਗਾ, ਤੇਰੀ ਜ਼ਿੰਦਗੀ ਵਿਅਰਥ ਚਲੀ ਜਾਏਗੀ, ਦੁੱਖ ਸੁੱਖ ਦਾ ਪਤਾ ਨਹੀਂ ਲੱਗੇਗਾ ਤੈਨੂੰ, ਇੱਕ ਦਿਨ ਲਾਂਬੇ ਗੋਡ ਪਸਾਰ ਹੋ ਕੇ ਸੌ ਜਾਏਗਾ, ਨਹੀਂ ਕਰੇਗਾ ਤੇ ਇਸ ਤਰ੍ਹਾਂ ਹੋਏਗਾ। ਪਰ ਫਿਰ ਅਖੀਰ ਤੇ ਕਹਿੰਦੇ ਨੇ ਕਬੀਰ ਸੁੱਤਾ ਕਿਆ ਕਰੇ, ਕਿਉਂ ਸੁੱਤਾ ਹੋਇਆ, ਤੈਨੂੰ ਪਤਾ ਹੈ ਵੀ ਤੈਨੂੰ ਮੌਤ ਆ ਜਾਣੀ ਹੈ, ਤੇਰੇ ਦੁੱਖ ਸੁੱਖ ਇਸ ਤਰ੍ਹਾਂ ਰਹਿ ਜਾਣੇ ਨੇ, ਉੱਠ ਕੇ ਕੀ ਕਰ,
ਕਿ ਬੈਠਾ ਰਹਿ, ਉੱਠ ਕੇ ਬਹਿ ਹੀ ਜਾ, ਹੋਰ ਕੁਛ ਨਾ ਕਰ। ਜਦੋਂ ਤੂੰ ਬੈਠਾ ਰਹੇਗਾ ਨਾ, ਤੈਨੂੰ ਸੁਰਤ ਵਿੱਚ ਜਾਗ ਆਏਗੀ ਕਿ ਜਿਹਦੇ ਤੋਂ ਕੋਲੋਂ ਮੈਂ ਵਿਛੜਿਆ ਉਹਨੂੰ ਜਾ ਕੇ ਮਿਲਣਾ ਹੈ। ਕਿਉਂ ਇਹ ਗੱਲ ਕਿਉਂ ਕਹਿ ਰਹੇ ਹਨ? ਕਿਉਂਕਿ ਅੱਗ ਹਮੇਸ਼ਾ ਉੱਪਰ ਜਾਂਦੀ ਹੈ, ਕਿਉਂਕਿ ਇਹਦਾ ਸੋਰਸ ਜਿਹੜਾ ਉਹ ਸੂਰਜ ਹੈ। ਪਾਣੀ ਹਮੇਸ਼ਾ ਨੀਵਾਂ ਜਾਂਦਾ ਹੈ, ਕਿਉਂਕਿ ਉਹਦਾ ਸੋਰਸ ਸਮੁੰਦਰ ਹੈ। ਕੁਦਰਤ ਦੀ ਹਰੇਕ ਜਿਹੜੀ ਭਾਵੇਂ ਪੇੜ ਪੌਦਾ ਜਾਨਵਰ ਜਾਂ ਅਸੀਂ ਵੀ ਹਾਂ, ਸਾਡਾ ਜਿਹੜਾ ਸਫ਼ਰ ਹੈ ਉਹ ਪਰਮਾਤਮਾ ਵਾਲੇ ਪਾਸੇ ਹੀ ਹੈ, ਜਾਂ ਆਪਣੇ ਆਪਣੇ ਸੋਰਸ ਵਾਲੇ ਪਾਸੇ ਹੈ ਜਿੱਥੋਂ ਆਇਆ ਹੈ। ਜਿਹੜਾ ਸ਼ਬਦ ਅੱਜ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ ਉਹ ਹੈ ਕਿ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ ਮਾਈ ਮਾਇਆ ਛਲ। ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ ਕਿ ਜਿਹੜੀ ਮਾਇਆ ਨਾ ਉਹ ਇੱਕ ਛਲ ਦੀ ਤਰ੍ਹਾਂ। ਛਲ ਕਿਸ ਤਰ੍ਹਾਂ ਦਾ ਹੁੰਦਾ ਜੀ? ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਤ੍ਰਿਣ ਦੀ ਅਗਨ ਮਤਲਬ ਇੱਕ ਤੀਲੇ ਦੀ ਅੱਗ ਕਿੰਨੀ ਕੁ ਹੁੰਦੀ ਹੈ? ਮੇਘ ਦੀ ਛਾਇਆ, ਬੱਦਲ ਆਇਆ ਤੇ ਗਿਆ, ਥੋੜੀ ਦੇਰ, 5 ਮਿੰਟ, 10 ਮਿੰਟ, 1 ਘੰਟਾ, 2 ਘੰਟੇ, ਬਸ। ਗੋਬਿੰਦ ਭਜਨ ਬਿਨ ਹੜ ਕਾ ਜਲ। ਅਗਰ ਅਸੀਂ ਆਪਣੇ ਜ਼ਿੰਦਗੀ ਵਿੱਚ ਪਰਮਾਤਮਾ ਦੇ ਭਜਨ ਵਾਲਾ ਸਿਸਟਮ ਨਹੀਂ ਅਪਣਾਇਆ। ਕੱਲ ਬੜੀ ਸੋਹਣੀ ਗੱਲ, ਕੱਲ ਮੈਂ ਕਲਾਸ ਬੱਚਿਆਂ ਦੀ ਅਟੈਂਡ ਕਰ ਰਿਹਾ ਸੀ, ਡਿਸਪਲਿਨ ਦੀ ਗੱਲ ਕਰ ਰਹੇ ਸੀ। ਜਿਹੜਾ ਇਹ ਨਾਮ ਹੈ ਜਾਂ ਮਮਤਾ ਨੂੰ ਦੂਰ ਰੱਖਣਾ, ਮਾਇਆ ਨੂੰ ਦੂਰ ਰੱਖਣਾ, ਇਹ ਸਾਰਾ ਸਾਡੇ ਜੀਵਨ ਦੇ ਡਿਸਪਲਿਨ ਵਿੱਚ ਹੈ। ਵਾਹ ਜੀ, ਕੱਲ ਬੱਚਿਆਂ ਨੇ ਬੜੀ ਪਿਆਰੀ ਗੱਲ ਕਹੀ ਸੀ ਕਿ ਜਦ ਤੱਕ ਅਸੀਂ ਆਪਣੇ ਜੀਵਨ ਵਿੱਚ ਡਿਸਪਲਿਨ ਨਹੀਂ ਧਾਰਨ ਕਰਾਂਗੇ ਤਦ ਤੱਕ ਸਾਡਾ ਜੀਵਨ ਜਿਹੜਾ ਉਹ ਆਨੰਦਮਈ ਨਹੀਂ ਹੋ ਸਕਦਾ। ਅੱਜ ਕਬੀਰ ਜੀ ਵੀ ਉਹੀ ਸਾਨੂੰ ਗੱਲ ਕਰ ਰਹੇ ਹਨ ਕਿ ਅਗਰ ਤੂੰ ਆਪਣਾ ਜੀਵਨ ਸਫਲ ਕਰਨਾ ਹੈ, ਆਨੰਦਮਈ ਕਰਨਾ ਹੈ, ਹਮੇਸ਼ਾ ਆਨੰਦ ਵਿੱਚ ਰਹਿਣਾ ਹੈ, ਤਾਂ ਸੌਂ ਨਾ, ਗਾਫਲਤਾ ਦਾ ਨੀਂਦ ਨਹੀਂ ਸੌਂ। ਵਾਹ ਜੀ, ਗਾਫਲਤਾ ਦੀ ਨੀਂਦ ਕਹਿੰਦੇ ਨੇ ਜੀ ਇਹ ਫੁੱਲਾਂ ਤੇ ਆਉਂਦੀ ਹੈ, ਵਿਕਾਰਾਂ ਦੇ ਫੁੱਲਾਂ ਤੇ ਆਉਂਦੀ ਹੈ। ਨਾਮ ਸਾਨੂੰ ਔਖਾ ਲੱਗਦਾ ਹੈ। ਕਹਿੰਦੇ ਨੇ ਜੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਅਗਰ ਅਸੀਂ ਅੱਜ ਜਿਵੇਂ ਸੰਗਤ ਅਸੀਂ ਕਰ ਰਹੇ ਹਾਂ ਸਾਰੇ ਜਾਣੇ, ਅਗਰ ਅਸੀਂ ਸੰਗਤ ਕਰਦੇ ਰਹਿੰਦੇ ਹਾਂ ਤੇ ਇਹ ਨਾਮ, ਇਹ ਸਾਨੂੰ ਬਾਣੀ ਮਿੱਠੀ ਲੱਗਦੀ ਹੈ। ਨਹੀਂ ਤਾਂ ਸਾਰੀ ਦੀ ਸਾਰੀ ਉਹ ਭਗਤ ਫਰੀਦ ਜੀ ਕਹਿੰਦੇ ਨਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਵੀ ਸਾਰਾ ਕੁਝ ਸਾਨੂੰ ਮਿੱਠਾ ਲੱਗਦਾ ਹੈ, ਇੱਕ ਨਾਮ ਕੌੜਾ ਲੱਗਦਾ ਹੈ। ਮੈਂ ਆਪਣੀ ਵਿਚਾਰ ਤੇ ਆਵਾਂ। ਅੱਜ ਅਸੀਂ ਸਾਰੇ ਜਾਣੇ ਜਾਗੀਏ ਜੀ। ਕਬੀਰ ਜੀ ਸਾਨੂੰ ਸਾਰੇ ਪਾਸਿਓਂ ਜਗਾ ਕੇ ਇੱਕੋ ਹੀ ਕਹਿੰਦੇ ਨੇ ਵੀ ਉਹਦੇ ਨਾਲ ਤੂੰ ਵਿਛੜਿਆ ਹੋਇਆ, ਉਹਦੀ ਹਮੇਸ਼ਾ ਯਾਦ ਬਣਾਈ ਰੱਖ ਆਪਣੇ ਜੀਵਨ ਵਿੱਚ, ਤਾਂ ਹਮੇਸ਼ਾ ਤੂੰ ਡਿਸਪਲਿਨ ਵਿੱਚ ਰਹੇਗਾ, ਪੰਕਚੁਅਲ ਰਹੇਗਾ। ਤੇਰੇ ਸਾਰੇ ਜੀਵਨ ਦੇ ਜਿਹੜੇ ਮਾਈਨਸ ਪੁਆਇੰਟਸ ਨੇ, ਨੈਗੇਟਿਵ ਪੁਆਇੰਟਸ ਨੇ, ਹੌਲੀ ਹੌਲੀ ਪੋਜ਼ਿਟਿਵ ਹੋਣੇ ਸ਼ੁਰੂ ਹੋ ਜਾਣਗੇ। ਅਗਰ ਤੂੰ ਗੋਬਿੰਦ ਭਜਨ ਕਰਦਾ ਹੈ, ਜਿਹੜਾ ਹੜ੍ਹ ਦਾ ਜਲ ਹੈ ਉਹ ਸਾਰੇ ਪਾਸੇ ਨੁਕਸਾਨ ਕਰਦਾ ਹੈ, ਅਗਰ ਉਹਦੇ ਸਾਰੇ ਪਾਸੇ ਅਗਰ ਅਸੀਂ ਬੰਨ ਬਣਾ ਲਈਏ ਤਾਂ ਉਹ ਝੀਲ ਬਣ ਜਾਂਦੀ ਹੈ। ਉਹਦੇ 'ਚ ਅਸੀਂ ਸੈਰ ਵੀ ਕਰ ਸਕਦੇ ਹਾਂ। ਉਹਦਾ ਪਾਣੀ ਜਿਹੜਾ ਉਹ ਖੁਸ਼ਬੂ ਵੀ ਦੇਗਾ, ਨਹੀਂ ਤਾਂ ਜਿਹੜਾ ਚਿੱਕੜ ਹੈ, ਜਿਹੜਾ ਛੱਪੜ ਹੈ, ਉਹ ਬਦਬੂ ਹੀ ਮਾਰਦਾ ਹੈ ਖੜਾ ਹੋਇਆ ਜਲ। ਜੇ ਤੂੰ ਹਮੇਸ਼ਾ ਚੱਲਦਾ ਰਹੇਗਾ ਉਹ ਝੀਲ ਵਾਲਾ ਪਾਣੀ ਬਣ ਜਾਏਗਾ, ਉਹ ਹਮੇਸ਼ਾ ਸਾਨੂੰ ਖੁਸ਼ਬੂ ਦਿੰਦਾ ਰਹੇਗਾ। ਅੱਛਾ, ਬਾਣੀ ਕਹਿੰਦੇ ਨੇ ਛੱਡ ਛੋੜ ਸਿਆਣਪ ਬਹੁਤ ਚਤੁਰਾਈ, ਦੋਏ ਕਰ ਜੋੜ ਸਾਧ ਮਗ ਚੱਲ। ਬਈ ਦੋਏ ਕਰ ਜੋੜ, ਜਾਗਦਾ ਰਹਿ ਤੇ ਉਸ ਸਾਧ ਦੀ ਸੰਗਤ ਦੀ ਇਹ ਕਰਦਾ ਰਹਿ, ਹਮੇਸ਼ਾ ਸੰਗਤ ਕਰਦਾ ਰਹਿ ਤੇ ਤੂੰ ਜਾਗਦਾ ਰਹੇਗਾ। ਤੈਨੂੰ ਗਾਫਲਤਾ ਦੀ ਨੀਂਦ ਸੰਗਤ ਸੌਂ ਨਹੀਂ ਦੇਗੀ, ਹਮੇਸ਼ਾ ਤੂੰ ਆਪਣੇ ਆਨੰਦ ਵਿੱਚ ਰਹੇਗਾ। ਵਾਹ ਜੀ, ਬਹੁਤ ਪਿਆਰੀ ਵਿਚਾਰ ਜੀ, ਸ਼ਾਬਾਸ਼। ਏਕਮਨੂਰ ਸਿੰਘ ਜੀ, ਚਲਾਓ ਜੀ, ਅੱਗੇ ਚਲਾਓ। ਵਾਹ ਜੀ ਵਾਹ, ਕਹਿੰਦੇ ਸਾਨੂੰ ਕਿੰਨਾ ਹੀ ਵਧੀਆ ਦੱਸਿਆ ਕਿ ਸਾਨੂੰ ਉਸ ਪਰਮਾਤਮਾ ਦਾ ਨਾਮ ਸਿਮਰਦੇ ਸਿਮਰਦੇ ਸਾਨੂੰ ਸਭ ਤੋਂ ਪਹਿਲਾਂ ਅਸੀਂ ਇਹਨਾਂ ਵਿਕਾਰਾਂ ਤੋਂ, ਇਹਨਾਂ ਵਿਕਾਰਾਂ ਦੀ ਨੀਂਦ ਤੋਂ, ਨਿੰਦਿਆ ਦੇ ਵਿਚਾਰਾਂ ਤੋਂ ਸਾਨੂੰ ਸਭ ਤੋਂ ਪਹਿਲਾਂ ਉੱਠਣਾ ਚਾਹੀਦਾ ਹੈ। ਤੇ ਫਿਰ ਸਾਨੂੰ ਉੱਠ ਕੇ ਬੈਠ ਜਾਣਾ ਚਾਹੀਦਾ ਹੈ। ਸਾਨੂੰ ਫਿਰ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਉਹ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ? ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫਰਮਾਨ ਹੈ ਜੀ, ਜਦੋਂ ਅਸੀਂ ਜਦੋਂ ਅਸੀਂ ਵਾਹ ਕਰਦੇ ਹਾਂ, ਵਾਹ ਕਰੀ ਜਾਵਾਂਗੇ, ਤੇ ਜਿੱਥੇ ਵੀ ਬੈਠਾਂਗੇ, ਜਿੱਥੇ ਜਾਏ ਬਹੀਏ ਭਲਾ ਕਹੀਏ, ਜਿੱਥੇ ਵੀ ਅਸੀਂ ਵਾਹ ਕਰਾਂਗੇ, ਸਾਡਾ ਜਿਹੜਾ ਮਨ ਹੈ ਉਹ ਨਿਰਮਲ ਹੋਵੇਗਾ। ਨਿਰਮਲ ਤੋਂ ਭਾਵ ਕਿ ਸਾਡਾ ਜਿਹੜਾ ਮਨ ਹੈ ਉਹ ਵਿਕਾਰਾਂ ਤੋਂ ਰਹਿਤ ਹੋਵੇਗਾ, ਉਹ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰੇਗਾ ਜੀ। ਸੋ ਸਾਡਾ ਨੈਕਸਟ ਸ਼ਲੋਕ ਹੈ ਜੀ, ਕਬੀਰ ਸੂਤਾ ਕਿਆ ਕਰਹਿ, बैठ रहो अरे बैठा रहो अरे जाग, जाके संग ते बिशुरा ताही के संग लाग। ਇੱਥੇ ਸਾਨੂੰ ਕਬੀਰ ਜੀ ਕਹਿੰਦੇ ਹਨ ਕਿ ਸਾਨੂੰ ਉਸ ਨੀਂਦ ਤੋਂ, ਸਾਨੂੰ ਜਿਹੜੀ ਮਾਇਆ ਦੀ ਨੀਂਦ ਹੈ ਉਸ ਤੋਂ ਸਾਨੂੰ ਉੱਠ ਕੇ ਸਾਨੂੰ ਬੈਠ ਜਾਣਾ ਚਾਹੀਦਾ ਹੈ, ਤੇ ਸਾਨੂੰ ਸਾਧਾਂ ਦੀ ਸੰਗਤ ਕਰਨੀ ਚਾਹੀਦੀ ਹੈ, ਜਿਸ ਤੇ ਪ੍ਰਭੂ ਤੋਂ ਅਸੀਂ ਉਸ ਨੀਂਦ ਦੇ ਕਰਕੇ ਵਿਛੜੇ ਸਾਂ। ਸਾਨੂੰ ਉਸ ਨੀਂਦ ਤੋਂ ਬਾਹਰ ਨਿਕਲ ਕੇ ਸਾਨੂੰ ਉਸ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਚਾਹੀਦਾ ਹੈ। ਹੁਣ ਮੈਂ ਸੰਗਤ ਨੂੰ ਵੀ ਰਿਕਵੈਸਟ ਕਰਾਂਗਾ ਕਿ ਇਸ ਸ਼ਲੋਕ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰੋ ਜੀ, ਹੈਂਡ ਰੇਜ਼ ਕਰਕੇ। ਸੋ ਉਹਨਾਂ ਚ ਮੈਂ ਪਰਵਿੰਦਰ ਅੰਕਲ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਕਰੀਨ ਤੇ ਆਉਣ ਤੇ ਆਪਣੇ ਵਿਚਾਰ ਸ਼ੇਅਰ ਕਰਨ ਜੀ। ਪਰਵਿੰਦਰ ਅੰਕਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਾਤਮਾ ਦੀ ਕਿਰਪਾ ਨਾਲ ਸੰਗਤ ਜੁੜਦੇ ਹਾਂ ਰੋਜ਼। ਆਪ ਜੀ ਮਾਣ ਦਿੰਦੇ ਹੋ, ਜੋ ਵਿਚਾਰ ਕਰਨੀ ਹੈ। ਮੈਂ ਬੇਨਤੀ ਕਰਾਂ ਸਾਰੀ ਸੰਗਤ ਨੂੰ, ਕਥਨੀ ਕਰਨਾ ਹੋਰ ਗੱਲ ਹੈ, ਵਿਚਾਰ ਦੇ ਦੇਣੇ ਹੋਰ ਗੱਲ ਹੈ। ਆਪ ਜੀ ਅਰਦਾਸ ਕਰਨਾ ਸੰਗਤ ਜੀ, ਜੋ ਕਥਨੀ ਹੈ ਉਹ ਮੇਰੀ ਕਰਨੀ ਵੀ ਬਣ ਜਾਵੇ। ਇਹੀ ਜੀਵਨ ਦਾ ਸਹੀ ਰਾਹ ਹੋਏਗਾ। ਆਪ ਜੀ ਦੇ ਸ਼ਲੋਕ ਵਿਚਾਰਦਿਆਂ ਮਨ ਵਿੱਚ ਬਹੁਤ ਸਾਰੇ ਸ਼ਬਦ ਗੁਰਬਾਣੀ ਦੇ ਮਹਾਰਾਜ ਦੀ ਕਿਰਪਾ ਨਾਲ, ਬਖਸ਼ਿਸ਼ ਨਾਲ ਮਨ ਵਿੱਚ ਚੱਲ ਰਹੇ ਸਨ। ਸੌਣ ਤੇ ਜਾਗਣ ਦੀ ਗੱਲ ਹੋਈ ਹੈ। ਸ਼ਬਦ ਮਨ ਵਿੱਚ ਆ ਰਿਹਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਬੜਾ ਪਿਆਰਾ ਸ਼ਬਦ। ਮਹਾਰਾਜ ਕਹਿੰਦੇ ਹਨ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਗਾ। ਮਾਤ ਪਿਤਾ ਬੰਧ ਜਨ ਹਿਤ ਜਾਸਿਓ ਕੀਨਾ, ਜਿਉ ਛੁਟਿਓ ਜਬ ਦੇਹ ਤੇ, ਡਾਰ ਅਗਨ ਮਹਿਦੀ। ਇਹ ਮਾਇਆ ਦੇ ਬੁਲਾਰੇ ਜਿਹੜੇ ਅਸੀਂ ਵਿਚਾਰੇ ਸਨ, ਕਿੰਨੇ ਹੀ ਰੰਗਾਂ ਰੂਪਾਂ ਦੇ ਵਿੱਚ ਸਾਡੇ ਆਸ-ਪਾਸ ਅਸੀਂ ਇਹਨਾਂ ਵਿੱਚ ਮਾਇਆ ਦੇ ਹੁਡਾਰਿਆਂ ਵਿੱਚ ਵਿਚਰਦੇ। ਬੜਾ ਪਿਆਰਾ ਫਰਮਾਨ ਮਹਾਰਾਜ ਕਹਿੰਦੇ ਹਨ, ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾਂ। ਇਹ ਮਨਮੁਖ ਦੀ ਨਿਸ਼ਾਨੀ ਹੈ, ਉਸ ਪਰਮਾਤਮਾ ਨੂੰ ਛੱਡ ਕੇ ਸਾਰਾ ਦਿਨ ਹੋਰ ਹੀ ਗੱਲਾਂ, ਮਾਇਆ ਦੀ ਗੱਲਾਂ ਜਿਹੜੀਆਂ ਹੈ ਉਹ ਅਸੀਂ ਕਰਦੇ, ਸੁਣਦੇ, ਵਿਚਾਰਦੇ। ਉਹਦੇ ਵਿੱਚ ਨਾਮ ਦਾ ਵਿਸਰਨਾ ਹੀ ਇਹ ਜਿਹੜਾ ਹੈ ਮਾਇਆ ਦਾ ਜ਼ੋਰ ਬਣਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਅਸੀਂ ਸ਼ਬਦ ਬੜੀ ਵਾਰ ਪੜ੍ਹਦੇ ਹਾਂ, ਮਾਟੀ ਕਾ ਪੁੱਤਰਾ, माटी को पुतरा कैसे नचत है, देखे देखे सुने बोले दौड़ियो फिरत है। माया दियां गल्लां ही देखते हाँ, सुनते हाँ, करते हाँ। माया पिछे ही भज दौड़ लगी है, जिन्हों एक बहुत वड्डी मूर्खता गुरु तेग बहादुर साहब महाराज दसदे हैं। माया कारण धाव ही मूर्ख लोग अजान। ये माया इन्नी प्रबल है, सानू उस परमात्मा दा जो साडा असल जीवन दा, जिवें मच्छी वास्ते पानी है, इसे तरह साडे जो प्राणी जल बिन है मरता, त्यों सिख गुर बिन मर जाए। असीं उस परमात्मा नूं, उस गुरु नूं भुला बैठदे हां। माया दा इन्ना जोर असीं कबूल लैंदे हां।
ਵਿਛੜਿਆ ਕਾ ਕਿਆ ਵਿਛੜੈ ਜੁਨਾ ਦੂਜੈ ਭਾਏ ਪਿਆਰ। ਇਹਨਾਂ ਸ਼ਲੋਕਾਂ ਦੇ ਵਿਛੋੜੇ ਦੀ ਗੱਲ ਹੋਈ ਹੈ। ਪਰ ਬਾਣੀ ਵਿੱਚ ਇਹ ਵੀ ਆਉਂਦਾ ਹੈ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਜਾਣ ਆਏ ਹੈ ਤਾਂ ਕੋਈ ਜਾਣ, ਤੇਰਾ ਦੀਆ ਨਾਮ ਵਖਾਣਾ। ਸੋ ਜਿੰਨਾ ਚਿਰ ਅਸੀਂ ਬਾਣੀ ਨਾਲ ਜੁੜੇ ਹਾਂ, ਸ਼ਬਦ ਨਾਲ ਸਤਿਗੁਰੂ ਦੀ ਸੰਗਤ ਕਰ ਰਹੇ ਹਾਂ, ਸ਼ਬਦ ਨੂੰ ਵਿਚਾਰ ਰਹੇ ਹਾਂ, ਸਾਡਾ ਬਹੁਤ ਇੱਕ ਆਸ ਬਣਦੀ ਹੈ ਵੀ ਅਸੀਂ ਮਾਇਆ ਤੋਂ ਬਚ ਜਾਵਾਂਗੇ। ਜਾਂ ਇਸ ਤਰ੍ਹਾਂ ਕਹੀਏ, ਜਿੰਨਾ ਚਿਰ ਅਸੀਂ ਸੰਗਤ ਦੇ ਵਿੱਚ ਹਾਂ, ਜਿੰਨਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ, ਉਹਨਾਂ ਚਿਰ ਜਿਹੜਾ ਹੈ ਗੁਰ ਕਾ ਸ਼ਬਦ ਰਖਵਾਰੇ ਹੈ। ਚੌਕੀ ਚੌਗਿਰਦ ਹਮਾਰੇ ਰਾਮ ਨਾਮ ਰੰਗ ਲਾਗਾ, ਜਮ ਲਜਾਏ ਕਰ ਭਾਗਾ। ਤੇ ਜਦੋਂ ਅਸੀਂ ਮਾਇਆ ਨੂੰ ਵਿਸਾਰ ਦਿੰਦੇ ਹਾਂ ਤੇ ਫਿਰ ਸਾਡਾ ਜਿਹੜਾ ਹੈ ਉਹ ਸਾਡੇ ਜਿਹੜੀ ਵਿਪਤਾ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਕੱਲ ਵੀ ਅਸੀਂ ਸ਼ਬਦ ਸਾਂਝਾ ਕੀਤਾ ਸੀ, ਮਹਾਰਾਜ ਫਰਮਾਉਂਦੇ ਹਨ, ਵਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਏ। ਸੋ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਸਾਡੀ ਅਵਸਥਾ, ਵਿਪਤਾ ਜਿਹੜੀ ਹੈ, ਸਾਡੇ ਅਣਹੋਂਦੇ ਝਗੜੇ ਨਾਮ ਨੂੰ ਵਿਸਾਰਿਆਂ ਅਸੀਂ, ਉਹ ਸਾਨੂੰ ਝੱਲਣੇ ਪੈਂਦੇ ਹਨ। ਫਰੀਦ ਜੀ ਵੀ ਵਾਰ-ਵਾਰ ਸਾਨੂੰ ਇਹਨਾਂ ਸ਼ਲੋਕਾਂ ਵਿੱਚ, ਜਿਸ ਤਰ੍ਹਾਂ ਕਬੀਰ ਜੀ 3 ਸ਼ਲੋਕ ਇਕੱਠੇ ਹੀ ਬਖਸ਼ਿਸ਼ ਕੀਤੇ ਹਨ ਸਾਨੂੰ ਜਗਾਉਣ ਵਾਸਤੇ। ਅਸੀਂ ਜਿਹੜੀ ਮਾਇਆ ਦੀ ਨੀਂਦਰ ਵਿੱਚੋਂ ਸੌਂਦੇ ਹਾਂ, ਉਹਦੇ ਜਗਾਉਣ ਵਾਸਤੇ ਸਾਨੂੰ ਇੱਕੋ ਕਨਸੈਪਟ ਨੂੰ 3-4 ਸ਼ਲੋਕਾਂ ਵਿੱਚ ਦੇਣ ਦਾ ਭਾਵ ਇਹ ਹੈ ਵੀ ਇਹ ਜਾਗਣਾ ਕਿੰਨਾ ਜ਼ਰੂਰੀ ਹੈ। ਗੁਰਮੁਖ ਜਿਹੜੇ ਸਦਾ ਜਾਗਦੇ ਹਨ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ। ਗੁਰਮੁਖਾਂ ਵਾਸਤੇ ਸੌਂਦਿਆਂ ਵੀ ਉੱਚੋਂ ਵਾਹ ਉਚਰਦੇ ਹਨ ਤੇ ਜਾਗਦਿਆਂ ਵੀ ਵਾਹ ਉਚਰਦੇ ਹਨ। ਉਹਨਾਂ ਵਾਸਤੇ ਸਾਰੀਆਂ ਅਵਸਥਾਵਾਂ ਸਮਾਨ ਹਨ। ਪਰ ਮੇਰੇ ਵਰਗੇ ਜਿਹੜੇ ਮੂਰਖ ਕਥਨੀ ਵਾਲੇ ਹਨ, ਕਰਨੀ ਜਿਨ੍ਹਾਂ ਕੋਲ ਨਹੀਂ ਹੈ, ਉਹ ਮਾਇਆ ਦੀ ਨੀਂਦ ਸ਼ਬਦ ਵਿਚਾਰਦਿਆਂ, ਸੁਣਦਿਆਂ, ਪੜ੍ਹਦਿਆਂ ਵੀ ਸੁੱਤੇ ਹੋਏ ਹਨ। ਫਰੀਦ ਜੀ ਵਾਰ-ਵਾਰ ਜਗਾਉਂਦੇ ਹਨ ਅਲੱਗ-ਅਲੱਗ ਸ਼ਲੋਕਾਂ ਦੇ ਵਿੱਚ। ਸਾਨੂੰ ਸ਼ੁਰੂ ਤੋਂ ਅਖੀਰ ਤੱਕ ਆਪਣੇ ਸ਼ਲੋਕਾਂ ਵਿੱਚ ਪਹਿਲਾਂ ਦੱਸਦੇ ਹਨ, ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ, ਜੇ ਜਾਣਾ ਸਹੁ ਨੱਡਣਾ ਤਾਂ ਥੋੜਾ ਮਾਣ। ਫਿਰ ਅੱਗੇ ਜਾ ਕੇ ਦੱਸਦੇ ਹਨ, ਫਰੀਦਾ ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਆਪਣੀ ਉਮਰ ਤੋਂ ਵੇਖ ਤੂੰ, ਤੇਰੀ ਦਾੜੀ ਜਿਹੜੀ ਹੈ ਉਹਦਾ ਰੰਗ ਬਦਲ ਗਿਆ ਹੈ, ਕਾਲੇ ਤੋਂ ਧੌਲੇ ਆ ਗਏ ਹਨ, ਪਰ ਤੂੰ ਹਜੇ ਵੀ ਨਾਮ ਨੂੰ ਜਪਣ ਵਾਲੇ ਰਾਹ ਦੇ ਉੱਤੇ ਨਾਮ ਨੂੰ ਵਿਸਾਰਿਆ ਹੋਇਆ ਹੈ। ਫਿਰ ਅੱਗੇ ਕਹਿੰਦੇ ਆ, ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣਾ ਕਿਆ ਰਲੀਆਂ। ਹਲੇ ਵੀ ਤੂੰ ਰੰਗ ਰਲੀਆਂ ਮਾਣਨ ਵਾਲੇ ਪਾਸੇ ਹੀ ਲੱਗਿਆ ਹੋਇਆ। ਫਿਰ ਅੱਗੇ ਹੋਰ ਹੁਲਾਰਾ, ਹੋਰ ਜ਼ੋਰ ਨਾਲ ਜਗਾਉਂਦੇ ਹਨ, ਫਰੀਦਾ ਕਿੱਥੇ ਤੈਡੇ ਮਾਪਿਆਂ ਜਿੰਨੀ ਤੂੰ ਜਾਣ ਹੋਏ, ਤੈ ਪਾਸੋਂ ਲੱਦ ਗਏ ਤੂੰ ਵਜੇ ਨਾ ਪਤੀਣ ਹੋਏ। ਮਤਲਬ ਇਸ ਤਰ੍ਹਾਂ ਸਾਨੂੰ ਜਗਾਉਣ ਦੀ ਕੋਸ਼ਿਸ਼ ਬਾਣੀ ਕਰਦੀ ਹੈ, ਮਨ ਸਾਡਾ ਜਾਗ ਜਾਵੇ। ਜੇ ਸਾਰੇ ਸ਼ਬਦ ਦਾ ਸਮਾਪ ਜੇ ਕਰੀਏ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਫਰਮਾਨ ਹੈ, ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਨ ਗੋਬਿੰਦ ਗੁਣ ਸੁਨੋ, ਅਰ ਗਾਓ ਰਸਨਾ ਗੀਤ ਰਹਾਓ। ਕਾਲ ਬਿਆਲ ਜਿਉ ਪਰਿਓ ਡੋਲੇ ਮੁਖ ਪਸਾਰੇ ਨੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖੋ ਚੀਤ, ਕਹਿ ਨਾਨਕ ਰਾਮ ਭਜ ਲੈ ਜਾਤ ਔਸਰ ਵੀ। ਇਹ ਜਿਹੜਾ ਔਸਰ ਹੈ, ਇਹ ਤੇਰਾ ਔਸਰ, ਇਹ ਤੇਰੀ ਬਾਰ, ਇਹ ਅਜਾਈ ਨਾ ਜਾਣ ਦਈਏ। ਅਰਦਾਸ ਕਰੀਏ, ਸੰਗਤ ਵਿੱਚ ਰਹੀਏ, ਸਾਡੀ ਕਥਨੀ ਕਰਨੀ ਇੱਕ ਹੋ ਕੇ ਭਾਵਨਾ ਜਿਹੜੀ ਹੈ ਸਾਡੀ ਸ਼ਬਦ ਰੂਪੀ ਗੁਰ ਕੈ ਸ਼ਬਦ ਬਣਾਵੋ, ਇਹ ਮਨ ਵਾਲੀ ਹੋ ਜਾਵੇ। ਸਾਨੂੰ ਫਿਰ ਜਿਹੜਾ ਹੈ ਅਸਲ ਜੀਵਨ ਦਾ ਰਾਹ ਅਸੀਂ ਆਨੰਦ ਜਿਹੜਾ ਮਾਣ ਸਕਾਂਗੇ। ਨਹੀਂ ਤਾਂ ਮਾਇਆ ਦੀ ਨੀਂਦ ਵਿੱਚ ਸੁੱਤਿਆਂ ਖੁਆਰੀ ਹੀ ਹੈ, ਹਰ ਬਿਸਰਤ ਸਦਾ ਖੁਆਰੀ ਹੈ। ਜਿੱਥੇ ਨਾਮ ਹੈ ਉੱਥੇ ਜਿਹੜਾ ਹੈ ਕੋਟ ਆਨੰਦ ਹਨ, ਉੱਥੇ ਸੁੱਖ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਬਹੁਤ ਹੀ ਵਧੀਆ ਸਾਨੂੰ ਦੱਸਿਆ ਵੀ ਇਹਨਾਂ ਨੇ ਸਾਡਾ ਜਿਹੜਾ ਜੀਵਨ ਹੈ ਸਾਡਾ ਸਫਲ ਹੀ ਤਾਂ ਹੋ ਸਕਦਾ ਜੇ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਜਪਾਂਗੇ। ਸੋ ਇੱਕ ਗੁਰਬਾਣੀ ਦਾ ਫਰਮਾਨ ਹੈ ਜੀ, ਸਫਲ ਜਨਮ ਤਿਸ ਕਾ ਜਗ ਭੀਤਰ, ਸਾਧ ਸੰਗ ਨਾਉ ਜਾਪੈ। ਵੀ ਉਹਨਾਂ ਦਾ ਜਨਮ ਜਿਹੜਾ ਹੈ ਉਹ ਸਫਲ ਆ ਜਿਹੜੇ ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ। ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਵੀ ਸ਼ਲੋਕ ਮਹੱਲੇ 9 ਵਿੱਚ ਫਰਮਾਉਂਦੇ ਹਨ ਜੀ, ਜੋ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ, ਇਨਮੈ ਕਸ ਸੰਗੀ ਇਨਮੈ ਕਸ ਸਾਚੋ ਨਹੀਂ, ਨਾਨਕ ਸਾਚੀ ਜਾਨ। ਵੀ ਤੂੰ ਜਿਵੇਂ ਅਸੀਂ ਸੁੱਤੇ ਹੁੰਦੇ ਹਾਂ ਤੇ ਸਾਨੂੰ ਸੁਪਨੇ ਆਉਂਦੇ ਹਨ, ਸਾਨੂੰ ਇਸ ਜਿਹੜਾ ਇਹ ਜਗਤ ਹੈ ਸਾਨੂੰ ਉਸ ਸੁਪਨੇ ਦੇ ਸਮਾਨ ਸਾਨੂੰ ਸਮਝਣਾ ਚਾਹੀਦਾ ਹੈ, ਕਿਉਂਕਿ ਇਸ ਜਗਤ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਸੱਚ ਹੀ ਨਹੀਂ ਹੈ, ਸਭ ਕੁਝ ਇੱਕ ਤਰ੍ਹਾਂ ਦਾ ਸੁਪਨਾ ਹੀ ਹੈ ਜੀ। ਸੋ ਅਸੀਂ ਹੁਣ ਆਪਣੀ ਇਸ ਕਲਾਸ ਦੇ ਸਮਾਪਤੀ ਵੱਲ ਵਧਦੇ ਹਾਂ ਜੀ। ਹੁਣ ਮੈਂ ਫਿਰ ਨਰਿੰਦਰਪਾਲ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਕਰੀਨ ਤੇ ਉਹਨਾਂ ਆਪਣੇ ਤੇ ਸ਼ਲੋਕ ਪੜ੍ਹਨ ਦੀ ਸੇਵਾ ਦੁਬਾਰਾ ਤੋਂ ਕਰਨ ਜੀ। कबीर रे नायर बिछोरिया, रोहरे शंख मंजूर, देवल देवल ताहरी, देसे उगवत सूर। कबीर रे नायर बिछोरिया, रोहरे शंख मंजूर, देवल देवल ताहरी, देसे उगवत सूर। कबीर सूता क्या करे, जाग रोए बेदुख, जाका बैसा गोर में, सो क्यों सोवे सुख। कबीर सूता क्या करे, उठ के ना जपे मुरार, एक दिन सोवन होए गो, लाम्हे गोड पसार। कबीर सूता क्या करे, उठ के ना जपे मुरार, एक दिन सोवन होए गो, लामे गोड पसार। कबीर सूता क्या करे, बैठा रो अर जाग, जाके संग ते बिछड़ा, ताही के संग लाग। कबीर सूता क्या करे, बैठा रहो अर जाग, जाके संग ते बिछड़ा, ताही के संग लाग। वाहिगुरु जी का खालसा, वाहिगुरु जी की फतेह।